ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ 5ਵੇਂ ਦੇ 32ਵੇਂ ਸਲੋਕ ਅਤੇ 32ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਤਨ ਮਨ ਤਨ ਅਰਪਿਓ ਤਿਸੇ ਪ੍ਰਭ ਮਿਲਾਵੇ ਮੋਏ। ਨਾਨਕ ਪ੍ਰੰਭੋ ਕਾਟੀਏ ਝੂਕੇ ਜਮ ਕੀ ਜੋਏ ਪੌੜੀ। ਤਨ ਮਨ ਤਨ ਅਰਪਿਓ ਤਿਸੇ ਪ੍ਰਭ ਮਿਲਾਵੇ ਮੋਏ। ਨਾਨਕ ਪ੍ਰੰਭੋ ਕਾਟੀਏ ਝੂਕੇ ਜਮ ਕੀ ਜੋਏ ਪੌੜੀ। ਤੱਤਾ ਤਾਸਿਓ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਏ। ਫਲ ਪਾਵੇ ਮਨ ਬਾਂਛ ਤੇ ਤਪਤ ਤਾਰੀ ਜਾਏ। ਤਰਾਸ ਮਿਟੇ ਜਮ ਪੰਥ ਕੀ ਜਾਸ ਬਸੇ ਮਨ ਨਾਉ। ਗਤ ਪਾਵੇ ਮਤ ਹੋਏ ਪਰਗਾਸ ਮੈਲੀ ਪਾਵੇ ਠਾਉ। ਤਾਹੂ ਸੰਗ ਨਾ ਧਨ ਚਲੇ ਗ੍ਰਹਿ ਜੋ ਬੰਨੈ ਰਾਜ। ਸੰਤ ਸੰਗ ਸਿਮਰਤ ਰਹੋ ਇਹ ਤੁਹਾਰੇ ਕਾਜ। ਤਾਤਾ ਕੁਛ ਨ ਹੋਈ ਹੈ ਜੋ ਤਾਪ ਨਿਵਾਰੇ ਆਪ। ਪ੍ਰਿਤਪਾਲੇ ਨਾਨਕ ਹਮੇ ਆਪੇ ਮਾਈ ਬਾਪ। ਤਾਤਾ ਕੁਛ ਨ ਹੋਈ ਹੈ ਜੋ ਤਾਪ ਨਿਵਾਰੇ ਆਪ। ਪ੍ਰਿਤਪਾਲੇ ਨਾਨਕ ਹਮੇ ਆਪੇ ਮਾਈ ਬਾਪ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਜੋ ਮੈਨੂੰ ਪਰਮੇਸ਼ਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਨਾਲ ਮੇਰੀ ਲਿਵ ਲਗਾ ਦੇਵੇ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਮੈਂ ਆਪਣਾ ਤਨ ਮਨ ਅਤੇ ਧਨ ਅਰਪਿਤ ਕਰ ਦਿਆਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਦੁਆਰਾ ਮੇਰੇ ਸਾਰੇ ਭਰਮ ਭੈ ਡਰ ਖਤਮ ਹੋ ਜਾਂਦੇ ਹਨ ਜੀ ਅਤੇ ਜਮ ਦੀ ਤਾੜ ਭਾਵ ਡਰ ਦੂਰ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਤੱਤੇ ਅੱਖਰ ਅਨੁਸਾਰ ਗੁਰਮੁਖੋ ਤੁਸੀਂ ਉਸ ਗੋਬਿੰਦ ਰਾਏ ਰੂਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਪ੍ਰੇਮ ਕਰੋ ਜੀ। ਜੋ ਗੁਰਬਾਣੀ ਤੁਹਾਡੇ ਭਰਪੂਰ ਗੁਣਾਂ ਦਾ ਖਜ਼ਾਨਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ ਅਜਿਹਾ ਕਰਨ ਨਾਲ ਗੁਰਮੁਖੋ ਤੁਸੀਂ ਮਨ ਇੱਛਤ ਫਲ ਪ੍ਰਾਪਤ ਕਰੋਗੇ ਜੀ ਅਤੇ ਤੁਹਾਡੇ ਹਿਰਦੇ ਦੀ ਤਪਸ਼ ਚਲੀ ਜਾਏਗੀ ਜੀ। ਹਿਰਦੇ ਦੀ ਤਪਸ਼ ਭਾਵ ਮੇਰੀ ਜੋ ਸਾਨੂੰ ਹਮੇਸ਼ਾ ਲੱਗੀ ਰਹਿੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖਾਂ ਦੇ ਮਨ ਵਿੱਚ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਵਸ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਨੂੰ ਜਮ ਦੇ ਰਸਤੇ ਦਾ ਡਰ ਨਹੀਂ ਲੱਗਦਾ ਜੀ। ਭਾਵ ਉਹਨਾਂ ਨੂੰ ਜਨਮ ਮਰਨ ਦਾ ਡਰ ਨਹੀਂ ਰਹਿੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਦੀ ਸਾਧਨਾ ਰਾਹੀਂ ਤੁਸੀਂ ਸ੍ਰੇਸ਼ਟ ਅਵਸਥਾ ਪ੍ਰਾਪਤ ਕਰੋਗੇ ਜੀ ਅਤੇ ਤੁਹਾਡੀ ਬੁੱਧੀ ਵਿੱਚ ਵੀ ਪ੍ਰਕਾਸ਼ ਹੋ ਜਾਏਗਾ ਜੀ। ਭਾਵ ਤੁਹਾਨੂੰ ਆਤਮਿਕ ਸੁੱਖ ਮਿਲੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਤੁਸੀਂ ਈਸ਼ਵਰੀ ਪਰਮੇਸ਼ਰ ਦੇ ਮਹਿਲ ਭਾਵ ਈਸ਼ਵਰੀ ਦਰਗਾਹ ਵਿੱਚ ਠਿਕਾਣਾ ਹਾਸਲ ਕਰ ਸਕੋਗੇ ਜੀ। ਫਿਰ ਗੁਰੂ ਜੀ ਕਹਿੰਦੇ ਅੰਤ ਕਾਲ ਵੇਲੇ ਤੁਹਾਡੇ ਨਾਲ ਨਾ ਧਨ ਜਾਂਦਾ ਹੈ ਜੀ, ਨਾ ਹੀ ਘਰ, ਨਾ ਜਵਾਨੀ ਅਤੇ ਨਾ ਇਹ ਰਾਜ ਭੋਗ ਜਾਣੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ
ਗੁਰਮੁਖੋ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਰਕੇ ਸਤ ਸੰਗਤ ਵਿੱਚ ਰਹਿ ਕੇ ਪਰਮੇਸ਼ਰ ਹਰਿ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਇਹ ਨਾਮ ਧਨ ਦਾ ਖਜ਼ਾਨਾ ਹੀ ਤੁਹਾਡੇ ਕੰਮ ਆਵੇਗਾ ਜੀ, ਅਤੇ ਤੁਹਾਨੂੰ ਕੋਈ ਦੁੱਖ ਕਲੇਸ਼ ਨਹੀਂ ਰਹੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ, ਫਿਰ ਜੇ ਪਰਮੇਸ਼ਰ ਆਪ ਭਾਵ ਅਗਰ ਤੁਸੀਂ ਗੁਰਸ਼ਬਦ ਗੁਰਬਾਣੀ ਨਾਮ ਧਾਰਨ ਕਰਦੇ ਹੋ ਅਤੇ ਆਪਣੀਆਂ ਇੱਛਾਵਾਂ ਨੂੰ ਖਤਮ ਕਰਕੇ ਪਰਮੇਸ਼ਰ ਨਾਲ ਲਿਵ ਲਗਾਉਂਦੇ ਹੋ, ਫਿਰ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਤੁਹਾਡੀ ਸਾਰੀਆਂ ਤ੍ਰਿਸ਼ਨਾ ਦੀ ਤਪਸ਼ ਖਤਮ ਹੋ ਜਾਵੇਗੀ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਪਰਮੇਸ਼ਰ ਸਾਨੂੰ ਆਪ ਹੀ ਸਭ ਨੂੰ ਪਾਲਦਾ ਹੈ ਜੀ, ਅਤੇ ਆਪ ਹੀ ਸਭ ਦਾ ਮਾਈ ਬਾਪ ਹੈ ਜੀ। ਭਾਵ ਉਹ ਸਿਰਜਣਹਾਰ ਕਰਤਾ ਪੁਰਖ, ਉਸ ਦੀ ਸਾਜੀ ਹੋਈ ਸ੍ਰਿਸ਼ਟੀ ਹੈ ਜੀ, ਉਸ ਦੇ ਸਾਜੇ ਹੋਏ ਅਸੀਂ ਹਾਂ ਜੀ, ਅਤੇ ਸਭ ਨੂੰ ਉਹ ਪਾਲਣਹਾਰ ਪਰਮੇਸ਼ਰ ਸਭ ਦਾ ਮਾਤਾ ਪਿਤਾ ਮਾਈ ਬਾਪ ਆਪ ਹੀ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਗੁਰਮੁਖਾਂ ਨੂੰ ਸਰਬਸ ਭਾਵ ਆਪਣਾ ਸਭ ਕੁਝ ਅਰਪਿਤ ਕਰ ਦੇਵਾਂ ਜੀ, ਜਿਹੜੇ ਗੁਰਮੁਖ ਮੈਨੂੰ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੋਬਿੰਦ ਰਾਏ ਨਾਲ ਲਗਾ ਦੇਣ ਜੀ। ਭਾਵ ਮੇਰੀ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਿਵ ਲੱਗ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਨਾਲ ਸਾਰੇ ਭਰਮਾਂ ਦਾ ਜਾਲ ਡਰ ਕੱਟਿਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਲ ਪ੍ਰੇਮ ਕਰਨ ਤੇ ਤੁਸੀਂ ਮਨ ਇੱਛੇ ਫਲ ਪ੍ਰਾਪਤ ਕਰੋਗੇ ਜੀ, ਅਤੇ ਤੁਹਾਡੇ ਸਾਰੇ ਡਰ ਸੰਕਟ ਖਤਮ ਹੋ ਜਾਣਗੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਹੀ ਤੁਹਾਡੇ ਲੋਕ ਪਰਲੋਕ ਵਿੱਚ ਨਾਲ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੋਰ ਸਭ ਕੁਛ ਤਾਂ ਇੱਥੇ ਹੀ ਰਹਿ ਜਾਣਾ ਹੈ ਜੀ। ਇਹ ਪਰਿਵਾਰ ਧਨ ਦੌਲਤ ਜਵਾਨੀ ਸਭ ਕੁਛ ਨਾਲ ਕੀ ਜਾਣਾ ਹੈ ਜੀ, ਗੁਰਸ਼ਬਦ ਗੁਰਬਾਣੀ ਨਾਮ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਦੁਆਰਾ ਪਰਮੇਸ਼ਰ ਨਾਲ ਆਪਣਾ ਪ੍ਰੇਮ ਲਗਾਉਂਦੇ ਹਨ ਜੀ, ਅਤੇ ਫਿਰ ਜੇ ਪਰਮੇਸ਼ਰ ਆਪਣੀ ਮਿਹਰ ਕਰੇ ਤਾਂ ਪਰਮੇਸ਼ਰ ਆਪ ਸਰਪ੍ਰਸਤੀ ਬਖਸ਼ੇ ਤਾਂ ਕੋਈ ਦੁੱਖ ਤਕਲੀਫ ਨਹੀਂ ਵਿਆਪਦੀ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।